ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਲੈਟਸ ਲਰਨ ਉੱਤੇ। ਅਸੀਂ ਚਿਲਡਰਨ ਵਿਦ ਸਪੈਸ਼ਲ ਨੀਡਸ ਦਾ ਪਾਰਟ 1 ਕਰ ਚੁੱਕੇ ਹਾਂ, ਜਿਸ ਵਿੱਚ ਅਸੀਂ CWSN ਦਾ ਕਨਸੈਪਟ ਅਤੇ ਟਾਈਪਸ ਡਿਸਕਸ ਕੀਤੀਆਂ ਸਨ ਔਰ ਡਿਸਐਬਿਲਿਟੀ ਦੇ ਕਾਰਨਾਂ ਬਾਰੇ ਡਿਸਕਸ ਕੀਤਾ ਸੀ। ਤਾਂ ਅੱਜ ਅਸੀਂ CWSN ਦਾ ਐਜੂਕੇਸ਼ਨ ਪ੍ਰੋਗਰਾਮ ਡਿਸਕਸ ਕਰਾਂਗੇ, ਜੋ ਕਿ ਸਾਡਾ ਮੇਨ ਟੌਪਿਕ ਹੈ ਪੇਪਰ ਲਈ। ਇਸ ਤੋਂ ਬਹੁਤ ਸਾਰੇ ਜਿਹੜੇ ਕੁਐਸਚਨਸ ਨੇ ਉਹ ਪੇਪਰਾਂ ਵਿੱਚ ਪੁੱਛੇ ਜਾਂਦੇ ਨੇ। ਤਾਂ ਪਿਛਲੀ ਵੀਡੀਓ ਦਾ ਜੋ ਲਿੰਕ ਹੈ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਰਹੀ ਹਾਂ। ਇਸ ਤੋਂ ਇਲਾਵਾ ਇਹਨਾਂ ਵੀਡੀਓਜ਼ ਦਾ PDF ਲੈਣ ਲਈ ਟੈਲੀਗ੍ਰਾਮ ਗਰੁੱਪ ਦਾ ਲਿੰਕ ਜਿਹੜਾ ਹੈ ਉਹ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ, ਤੁਸੀਂ ਉੱਥੇ ਜਾ ਕੇ ਉਸ ਨੂੰ ਜੁਆਇਨ ਕਰ ਸਕਦੇ ਹੋ। ਤਾਂ ਆਓ ਸ਼ੁਰੂ ਕਰਦੇ ਹਾਂ ਪਾਰਟ 2। ਤਾਂ ਸਭ ਤੋਂ ਪਹਿਲਾਂ ਹੈ ਆਈਡੈਂਟੀਫਿਕੇਸ਼ਨ ਆਫ CWSN। ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਕਿਹੜਾ ਬੱਚਾ ਵਿਸ਼ੇਸ਼ ਲੋੜ ਵਾਲਾ ਹੈ, ਉਸ ਦੀ ਪਹਿਚਾਣ ਕਰਨੀ ਆਉਣੀ ਚਾਹੀਦੀ ਹੈ। ਪਹਿਲਾ ਸਟੈਪ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਨਾ ਹੈ, ਠੀਕ ਹੈ। ਤਾਂ ਆਈਡੈਂਟੀਫਿਕੇਸ਼ਨ ਆਫ CWSN, early identification, intervention and stimulation of children with disabilities of age under 5 years using appropriate technology and skills with help prevent secondary handicaps and severity of problems। ਤਾਂ ਜੇ ਸਮਾਂ ਰਹਿੰਦੇ ਅਸੀਂ ਜਿਹੜੀਆਂ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਉਹਨਾਂ ਨੂੰ ਪਛਾਣ ਸਕੀਏ, ਉਹਨਾਂ ਨੂੰ ਸਟਿਮੂਲੇਟ ਕਰ ਦਈਏ, ਤਾਂ ਅਸੀਂ ਜਿਹੜੇ ਉਹਨਾਂ ਦੀ ਜਿਹੜੀ ਡਿਸਐਬਿਲਿਟੀ ਹੈ ਉਸ ਨੂੰ ਅੱਗੇ ਵਧਣ ਤੋਂ ਰੋਕ ਸਕਦੇ ਹਾਂ। ਉਹਨਾਂ ਜਿਹੜੀ ਡਿਸਐਬਿਲਿਟੀ ਪ੍ਰਾਇਮਰੀ 'ਚ ਹੈ ਉਹਨੂੰ ਸੈਕੰਡਰੀ ਵਿੱਚ ਜਾਣ ਤੋਂ ਜਿਹੜਾ ਹੈ ਰੋਕ ਸਕਦੇ ਹਾਂ, ਠੀਕ ਹੈ। ਤਾਂ ਕਿ ਉਹ ਜਿਹੜੇ ਬੁਲਿੰਗ ਦਾ ਸ਼ਿਕਾਰ ਨਾ ਹੋਣ ਕਲਾਸ ਵਿੱਚ। ਜਿਵੇਂ ਪਿਛਲੀ ਵੀਡੀਓ ਵਿੱਚ ਅਸੀਂ ਪੜ੍ਹਿਆ ਸੀ ਕਿ ਬੱਚੇ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ, ਠੀਕ ਹੈ। ਤਾਂ ਉਸ ਚੀਜ਼ ਤੋਂ ਜਿਹੜਾ ਉਹ ਬਚ ਸਕਣ। Early identification and intervention for young children with special needs often leads to better school adjustment and performance। ਤਾਂ ਜਦੋਂ ਉਹਨਾਂ ਦੀ ਜੇਕਰ ਜਲਦੀ ਆਈਡੈਂਟੀਫਿਕੇਸ਼ਨ ਕਰ ਲਈ ਜਾਏਗੀ ਤਾਂ ਆਪਾਂ ਉਹਨਾਂ ਦੇ ਵਿੱਚ ਇੰਪਰੂਵਮੈਂਟ ਕਰ ਪਾਵਾਂਗੇ। ਉਹਨਾਂ ਦਾ ਜਿਹੜੀ ਉਹ ਡਿਸਐਬਿਲਿਟੀ ਹੈ ਉਸ ਨੂੰ ਥੋੜ੍ਹਾ ਬਹੁਤ ਇੰਪਰੂਵ ਕਰ ਸਕਾਂਗੇ, ਤਾਂ ਕਿ ਉਹ ਸਕੂਲ ਵਿੱਚ ਇਨਵਾਇਰਮੈਂਟ ਵਿੱਚ ਜਿਹੜਾ ਐਡਜਸਟਮੈਂਟ ਕਰ ਸਕਣ ਔਰ ਵਧੀਆ ਪਰਫੋਰਮੈਂਸ ਹੈ ਜਿਹੜੀ ਉਹ ਕਰ ਸਕਣ, ਠੀਕ ਹੈ। ਉਹਨਾਂ ਦੀ ਐਡਜਸਟਮੈਂਟ ਐਂਡ ਜਿਹੜੀ ਪਰਫੋਰਮੈਂਸ ਹੈ ਉਸ ਨੂੰ ਬੈਟਰ ਕਰ ਸਕਦੇ ਨੇ। ਦ ਟਰਮ ਅਰਲੀ ਇੰਟਰਵੈਂਸ਼ਨ refers to, ਹੁਣ early intervention ਕੀ ਹੈ? Early intervention refers to service gives to very young children with special needs with the purpose of lessening the effect of the condition। ਤਾਂ early intervention ਕੀ ਹੈ? ਇਸ ਦੇ ਵਿੱਚ ਕੀ ਹੈ ਕਿ ਇੱਕ ਅਜਿਹੇ ਸਪੈਸ਼ਲ ਨੀਡ ਵਾਲੇ ਬੱਚੇ ਨੂੰ ਉਹਨੂੰ ਸਰਵਿਸਿਸ ਦੇਣਾ, ਉਹਨਾਂ ਨੂੰ ਸੇਵਾਵਾਂ ਦੇਣਾ, ਤਾਂ ਕਿ ਉਹਦਾ ਜਿਹੜਾ ਪ੍ਰਭਾਵ ਹੈ ਡਿਸਐਬਿਲਿਟੀ ਦਾ ਉਸ ਨੂੰ ਘੱਟ ਕੀਤਾ ਜਾ ਸਕੇ। ਕਿਉਂਕਿ ਜਿਹੜੇ ਛੋਟੇ ਬੱਚੇ ਹੁੰਦੇ ਨੇ, ਆਪਾਂ ਇੱਥੇ 6 ਸਾਲ ਤੱਕ ਦੇ ਬੱਚਿਆਂ ਦੀ ਗੱਲ ਕਰ ਰਹੇ ਹਾਂ, ਤਾਂ ਜਿਹੜੇ 6 ਸਾਲ ਤੱਕ ਦੇ ਬੱਚੇ ਨੇ ਉਹ ਕੱਚੀ ਮਿੱਟੀ ਦੀ ਤਰ੍ਹਾਂ ਹੁੰਦੇ ਨੇ। ਉਹਨਾਂ ਨੂੰ ਆਪਾਂ ਜਿਵੇਂ ਢਾਲ ਦੇਵਾਂਗੇ ਉਵੇਂ ਹੀ ਉਹ ਬਣ ਜਾਣਗੇ। ਤਾਂ ਉਹਨਾਂ ਨੂੰ ਅਜਿਹੀ ਸਰਵਿਸਿਸ ਦੇਣਾ। ਓਕੇ, ਸਰਵਿਸਿਸ ਮੇ ਇਨਕਲੂਡ ਸਪੀਚ, ਫਿਜ਼ੀਕਲ ਔਰ ਓਕੂਪੇਸ਼ਨਲ ਥੈਰੇਪੀ। ਤਾਂ ਇਹਦੇ ਵਿੱਚ ਕੀ ਹੈ, ਅਲੱਗ-ਅਲੱਗ ਥੈਰੇਪੀਜ਼ ਆ ਜਾਂਦੀਆਂ ਨੇ ਉਹਨਾਂ ਨੂੰ ਦੇਣੀਆਂ ਜਿਹੜੀਆਂ, ਐਂਡ ਕੈਨ ਬੀ ਪ੍ਰੋਵਾਈਡ ਇਨ ਦਾ ਹੋਮ ਔਰ ਐਟ ਦਾ ਆਫਿਸ। ਇਹ ਜਿਹੜੀਆਂ ਨੇ ਕਿਸੇ ਦੁਆਰਾ ਵੀ, ਜਿਵੇਂ ਘਰ ਦੇ ਵਿੱਚ ਕਿਸੇ ਸਿਬਲਿੰਗਸ ਦੁਆਰਾ, ਜ਼ਰੂਰੀ ਨਹੀਂ ਹੈ ਕਿ ਮਦਰ ਜਾਂ ਟੀਚਰ ਨਹੀਂ ਉਹਨਾਂ ਨੂੰ ਮਤਲਬ ਜਿਹੜੀਆਂ ਸਰਵਿਸਿਜ਼ ਨੇ ਪ੍ਰੋਵਾਈਡ ਕਰਨੀਆਂ, ਤਾਂ ਕਿਸੇ ਵੀ ਭੈਣ ਭਰਾ ਦੁਆਰਾ ਵੀ ਜਿਹੜੀਆਂ ਸਰਵਿਸਿਜ਼ ਨੇ ਦਿੱਤੀਆਂ ਜਾ ਸਕਦੀਆਂ। ਜ਼ਰੂਰੀ ਨਹੀਂ ਹੈ ਵੀ ਇਹ ਕਿਸੇ ਆਫਿਸ ਜਾਂ ਵਿਸ਼ੇਸ਼ ਸੈਂਟਰ ਵਿੱਚ ਹੀ ਦਿੱਤੀਆਂ ਜਾਣ, ਘਰ ਵਿੱਚ ਵੀ ਜਿਹੜੇ ਇਹ ਥੈਰੇਪੀਜ਼ ਨੇ ਦਿੱਤੀਆਂ ਜਾ ਸਕਦੀਆਂ। ਦ ਰੋਲ ਆਫ ਦਾ ਟੀਚਰ ਹੇਅਰ ਇਜ਼ ਵੈਰੀ ਕਰੂਸ਼ੀਅਲ। ਇੱਥੇ ਜਿਹੜਾ ਹੈ ਟੀਚਰ ਦਾ, ਅਧਿਆਪਕ ਦੀ ਭੂਮਿਕਾ ਹੈ ਜਿਹੜੀ ਉਹ ਬਹੁਤ ਮਹੱਤਵਪੂਰਨ ਹੈ। ਫਸਟ ਦਾ ਟੀਚਰ ਫਾਈਂਡ ਸਮ ਦਾ ਸਿੰਪਟਮਸ ਮੈਂਸ਼ਨ ਇਨ this unit in a child, then the teacher has to use the screening form and later send the children to a professional for assessment। ਤਾਂ ਇਸ ਦੇ ਵਿੱਚ ਅਧਿਆਪਕ ਦੀ ਕੀ ਭੂਮਿਕਾ ਹੈ? ਸਭ ਤੋਂ ਪਹਿਲਾਂ ਅਧਿਆਪਕ ਨੇ ਜਿਹੜੇ ਉਹ ਬੱਚੇ ਨੇ ਉਹਨਾਂ ਦੇ ਸਿੰਪਟਮਸ ਪਹਿਚਾਣ ਕੇ, ਜਿਹੜੇ ਸਿੰਪਟਮਸ ਦਾ ਅੱਗੇ ਚਾਰਟ ਦਿੱਤਾ ਹੋਇਆ ਹੈ ਮੈਂ ਇਸ ਵੀਡੀਓ ਵਿੱਚ, ਤਾਂ ਉਹਨਾਂ ਸਿੰਪਟਮਸ ਨੂੰ ਪਹਿਚਾਣ ਕੇ ਉਹਨਾਂ ਡਿਸੇਬਲਡ ਬੱਚਿਆਂ ਦੀ ਪਹਿਚਾਣ ਕਰਨੀ ਹੁੰਦੀ ਹੈ, ਠੀਕ ਹੈ। ਅਧਿਆਪਕ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਸਿੰਪਟਮਸ ਦਾ ਜਿਹੜੇ ਕਿ ਡਿਸੇਬਲਡ ਬੱਚਿਆਂ ਲਈ ਹੁੰਦੇ ਨੇ, ਠੀਕ ਹੈ। ਫੋਰ ਐਗਜ਼ਾਮਪਲ, ਜਿਵੇਂ ਆਪਾਂ ਕਲਾਸ ਵਿੱਚ ਪੜ੍ਹਾ ਰਹੇ ਹਾਂ, ਠੀਕ ਹੈ, ਕੁਝ ਬੱਚੇ ਨੇ ਜਿਹੜੇ ਪਿੱਛੇ ਬੈਠੇ ਨੇ, ਉਹਨਾਂ ਨੂੰ ਜਿਹੜਾ ਬੋਰਡ 'ਤੇ ਜਿਹੜਾ ਸਾਫ਼ ਦਿਖਾਈ ਨਹੀਂ ਦੇ ਰਿਹਾ, ਤਾਂ ਆਪਾਂ ਉਹਨਾਂ ਨੂੰ ਕੀ ਕਹਿੰਦੇ ਹਾਂ, ਅੱਗੇ ਆ ਕੇ ਬੈਠਣ ਲਈ ਕਹਿੰਦੇ ਹਾਂ। ਤਾਂ ਫਿਰ ਵੀ ਉਹਨਾਂ ਨੂੰ ਥੋੜ੍ਹੀ ਬਹੁਤੀ ਪ੍ਰੋਬਲਮਸ ਆਉਂਦੀਆਂ ਨੇ, ਅਤੇ ਇਹਨਾਂ ਤੋਂ ਆਈਡੈਂਟੀਫਿਕੇਸ਼ਨ ਹੋ ਸਕਦੀ ਹੈ ਕਿ ਜਿਹੜੇ ਉਹਨਾਂ ਦਾ ਜਿਹੜਾ ਵਿਜ਼ਨ ਪ੍ਰੋਬਲਮ ਹੈ, ਠੀਕ ਹੈ। ਤਾਂ ਇਸ ਤਰ੍ਹਾਂ ਜਿਹੜਾ ਅਧਿਆਪਕ ਨੂੰ ਪਤਾ ਹੋਣਾ ਚਾਹੀਦਾ। ਤਾਂ ਉਹ ਜਿਹੜਾ ਹੈ ਉਹਨਾਂ ਦੀ ਸਕਰੀਨਿੰਗ ਕਰੇ, ਠੀਕ ਹੈ, ਪ੍ਰੋਪਰ ਸਕਰੀਨਿੰਗ ਕਰਕੇ ਔਰ ਉਹਨਾਂ ਨੂੰ ਜਿਹੜਾ ਹੈ ਕਿਸੇ ਪ੍ਰੋਫੈਸ਼ਨਲ ਕੋਲ ਜਿਹੜਾ ਬਾਅਦ ਵਿੱਚ ਟਰੀਟਮੈਂਟ ਲਈ ਭੇਜਿਆ ਜਾ ਸਕਦਾ ਹੈ। ਨੈਕਸਟ ਹੈ
ਸਮ ਆਫ ਦਾ ਵਾਰਨਿੰਗ ਸਾਈਨਸ ਜੋ ਜਿਹੜੇ ਨੇ ਜਿਹੜੇ ਸਿੰਪਟਮਸ ਦੁਆਰਾ ਆਪਾਂ ਡਿਸੇਬਲਡ ਬੱਚਿਆਂ ਦੀ ਪਹਿਚਾਣ ਕਰ ਸਕਦੇ ਹਾਂ CWSN ਬੱਚਿਆਂ ਦੀ, ਤਾਂ ਕਿਹੜੇ ਕਿਹੜੇ ਨੇ? ਨੋ ਰਿਐਕਸ਼ਨ ਟੂ, ਫਸਟ ਹੈ ਨੋ ਰਿਐਕਸ਼ਨ ਟੂ ਲਾਊਡ ਨੋਇਜ਼। ਇਸ ਦਾ ਮਤਲਬ ਹੈ ਕਿ ਜਦੋਂ ਆਪਾਂ ਕੋਈ ਉੱਚੀ ਆਵਾਜ਼ ਵਿੱਚ ਬੋਲਦੇ ਤਾਂ ਉਹਨਾਂ ਦਾ ਕੋਈ ਰਿਐਕਸ਼ਨ ਨਹੀਂ ਹੁੰਦਾ, ਠੀਕ ਹੈ। ਡੋਂਟ ਫੋਲੋ ਆਬਜੈਕਟਸ ਵਿਦ ਦੇਅਰ ਆਈਜ਼ ਔਰ ਟਰਨ ਦੇਅਰ ਹੈਡ ਟੂਵਰਡ ਸਾਊਂਡ। ਤਾਂ ਉਹ ਉੱਚੀ ਆਵਾਜ਼ ਜਦੋਂ ਆਉਂਦੀ ਹੈ ਕਿਸੇ ਪਾਸੋਂ ਤਾਂ ਆਪਣਾ ਅੱਖਾਂ ਤੇ ਸਿਰ ਜਿਹੜਾ ਹੈ ਨਹੀਂ ਘੁਮਾਉਂਦੇ, ਉਹ ਸਾਈਡ ਵੱਲ ਜਿਹੜਾ ਕੌਨਸਨਟਰੇਟ ਨਹੀਂ ਕਰਦੇ। ਕਾਂਟ ਰੀਚ ਫੋਰ ਟੋਇਜ਼ ਔਰ ਗ੍ਰੈਬਸ ਦੈਮ, ਖਿਡੌਣਿਆਂ ਨੂੰ ਫੜ ਨਹੀਂ ਸਕਦੇ ਜਾਂ ਉਹਨਾਂ ਤੱਕ ਪਹੁੰਚ ਨਹੀਂ ਸਕਦੇ, ਠੀਕ ਹੈ। ਹੈਵ ਈਦਰ ਵੈਰੀ ਸਟਿਫ ਔਰ ਵੈਰੀ ਫਲੋਪੀ ਲਿੰਬਸ, ਉਹਨਾਂ ਦੇ ਜਿਹੜੇ ਲੱਤਾਂ ਔਰ ਬਾਹਾਂ ਉਹ ਜਾਂ ਤਾਂ ਬਹੁਤ ਜ਼ਿਆਦਾ ਆਕੜੀਆਂ ਹੋਈਆਂ ਹੁੰਦੀਆਂ ਨੇ ਜਾਂ ਬਹੁਤ ਜ਼ਿਆਦਾ ਢਿੱਲੀਆਂ ਹੁੰਦੀਆਂ ਹਨ। ਪ੍ਰੀਫਰਸ ਵਨ ਸਾਈਡ ਆਫ ਦੇਅਰ ਬੋਡੀ ਮੋਰ ਦੈਨ ਦ ਅਦਰ ਸਾਈਡ, ਉਹ ਜ਼ਿਆਦਾ ਤੋਂ ਜ਼ਿਆਦਾ ਇੱਕ ਸਾਈਡ ਨਾਲ ਜਿਹੜਾ ਹੈ ਕੰਮ ਕਰਦੇ ਨੇ, ਠੀਕ ਹੈ, ਦੂਸਰੀ ਸਾਈਡ ਜਿਹੜੀ ਹੈ ਯੂਜ਼ ਹੀ ਨਹੀਂ ਕਰਦੇ। ਕਾਂਟ ਪਿਕ ਅਪ ਸਮਾਲ ਆਬਜੈਕਟਸ, ਛੋਟੇ ਛੋਟੇ ਆਬਜੈਕਟਸ ਵੀ ਨਹੀਂ ਚੱਕ ਸਕਦੇ। ਇਜ਼ ਨਾਟ ਇੰਟਰਸਟਿਡ ਇਨ ਪਲੇਇੰਗ ਵਿਦ ਅਦਰ ਚਿਲਡਰਨਸ, ਉਹ ਜਿਹੜੇ ਨੇ ਅਲੱਗ-ਅਲੱਗ ਰਹਿਣਾ ਪਸੰਦ ਕਰਦੇ ਨੇ, ਦੂਸਰੇ ਬੱਚਿਆਂ ਨਾਲ ਜਿਹੜਾ ਖੇਡਣਾ ਪਸੰਦ ਨਹੀਂ ਕਰਦੇ। ਕੈਨ ਨਾਟ ਫੋਲੋ ਸਿੰਪਲ ਇੰਸਟਰਕਸ਼ਨ, ਉਹ ਜਿਹੜੀਆਂ ਆਪਣੀਆਂ ਆਮ ਹਦਾਇਤਾਂ ਸਿੰਪਲ ਇੰਸਟਰਕਸ਼ਨਸ ਵੀ ਅੰਡਰਸਟੈਂਡ ਨਹੀਂ ਕਰ ਸਕਦੇ, ਸਿੰਪਲ ਵਰਕ ਵੀ ਜਿਹੜਾ ਹੈ ਨਹੀਂ ਕਰ ਪਾਉਂਦੇ। ਸਫਰ ਫਰੋਮ ਸੈਪਰੇਸ਼ਨ ਐਨੈਕਸਿਟੀ ਵੈਨ ਟੇਕਨ ਅਵੇ ਫਰੋਮ ਦ ਮਦਰ, ਜਦੋਂ ਉਹਨਾਂ ਨੂੰ ਕਿਤੇ ਮਾਂ ਤੋਂ ਜਾਂ ਘਰ ਦੇ ਮਾਹੌਲ ਤੋਂ ਦੂਰ ਲੈ ਜਾਂਦਾ ਤਾਂ ਬੜੇ ਪਰੇਸ਼ਾਨ ਰਹਿੰਦੇ ਨੇ। ਇਸ ਤੋਂ ਵੀ ਪਤਾ ਲਗਾਇਆ ਜਾ ਸਕਦਾ ਕਿ ਜਿਹੜੇ ਉਹ ਪਰਸਨ ਨੇ ਕਿਸੇ ਨਾ ਕਿਸੇ ਤਰ੍ਹਾਂ ਡਿਸੇਬਲਡ ਨੇ। ਇਸ ਸਕੇਅਰਡ ਆਫ ਸਟ੍ਰੇਂਜਰ, ਜਿਹੜੇ ਅਜਨਬੀ ਨੇ ਉਹਨਾਂ ਤੋਂ ਬਹੁਤ ਜ਼ਿਆਦਾ ਡਰਦੇ ਨੇ, ਮਤਲਬ ਮਿਕਸਅਪ ਨਹੀਂ ਹੁੰਦੇ ਜਲਦੀ। ਕੈਨ ਨਾਟ ਥਰੋ ਬਾਲ ਰਨ ਔਰ ਜੰਪ, ਈਵਨ ਬਾਲ ਵੀ ਨਹੀਂ ਥਰੋ ਕਰ ਸਕਦੇ, ਰਨ ਵੀ ਨਹੀਂ ਕਰ ਸਕਦੇ, ਜੰਪ ਵੀ ਨਹੀਂ ਕਰ ਸਕਦੇ। ਲੂਜ਼ ਇੰਟਰਸਟ ਇਨ ਐਨ ਐਕਟੀਵਿਟੀ ਵੈਰੀ ਕੁਇਕਲੀ, ਉਹਨਾਂ ਨੂੰ ਅਗਰ ਕੋਈ ਐਕਟੀਵਿਟੀ ਕਰਾਈ ਜਾਂਦੀ ਤਾਂ ਉਹਨਾਂ ਦਾ ਇੰਟਰਸਟ ਥੋੜ੍ਹੇ ਟਾਈਮ ਲਈ ਰਹਿੰਦਾ, ਜਲਦੀ ਜਿਹੜਾ ਹੈ ਇੰਟਰਸਟ ਹੈ ਖੋ ਦਿੰਦੇ ਨੇ। ਨੈਕਸਟ ਹੈ ਕਨਸੈਪਟ ਆਫ ਸਪੈਸ਼ਲ ਐਜੂਕੇਸ਼ਨ। ਤਾਂ ਹੁਣ ਜਿਹੜੇ ਇਹ ਬੱਚੇ ਨੇ ਇਹਨਾਂ ਦੀ ਸਿੱਖਿਆ ਦੇ ਵੱਖਰੇ ਵੱਖਰੇ ਕਨਸੈਪਟ ਚੱਲਦੇ ਨੇ। ਤਾਂ ਜਿਹੜੇ ਮੇਨ ਨੇ 2 ਕਨਸੈਪਟ ਨੇ ਇਹਨਾਂ ਦੇ ਵਿੱਚ। ਜਿਹੜਾ ਫਸਟ ਆ ਜਾਂਦਾ ਓਲਡਰ ਕਨਸੈਪਟ ਜੋ ਪਹਿਲਾਂ ਚੱਲਦਾ ਸੀ, ਔਰ ਇੱਕ ਹੈ ਲੇਟੈਸਟ ਜੋ ਹੁਣ ਚੱਲ ਰਿਹਾ ਹੈ। ਤਾਂ ਸਭ ਤੋਂ ਪਹਿਲਾਂ ਹੈ ਕਨਸੈਪਟ ਆਫ ਸਪੈਸ਼ਲ ਐਜੂਕੇਸ਼ਨ। ਇਸ ਦੇ ਵਿੱਚ ਕੀ ਹੈ? Special education is a modified program which involves some unique tools, techniques and research effort in improving instructional arrangement to meet the need of exceptional children। ਤਾਂ ਇਸ ਦੇ ਵਿੱਚ ਕੀ ਹੁੰਦਾ ਹੈ? ਇਹ ਜਿਹੜਾ ਕਨਸੈਪਟ ਹੈ ਸਪੈਸ਼ਲ ਐਜੂਕੇਸ਼ਨ ਦਾ, ਇਸ ਵਿੱਚ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਉਹਨਾਂ ਨੂੰ ਅਲੱਗ ਟਰੀਟਮੈਂਟ ਦੇਣ ਦੀ ਗੱਲ ਕੀਤੀ ਗਈ। ਉਹਨਾਂ ਨੂੰ ਬਾਕੀ ਬੱਚਿਆਂ ਤੋਂ ਜਿਹੜਾ ਹੈ ਅਲੱਗ ਰੱਖ ਕੇ ਉਹਨਾਂ ਦਾ ਜਿਹੜਾ ਟਰੀਟਮੈਂਟ ਹੈ, ਉਹਨਾਂ ਲਈ ਵੱਖ-ਵੱਖ ਟੂਲਸ ਯੂਜ਼ ਕੀਤੀਆਂ ਜਾਣ, ਠੀਕ ਹੈ, ਅਲੱਗ-ਅਲੱਗ ਟੈਕਨੀਕਸ ਯੂਜ਼ ਕੀਤੀਆਂ ਨੇ, ਰਿਸਰਚਸ ਕੀਤੀਆਂ ਜਾਣ ਅਲੱਗ-ਅਲੱਗ, ਠੀਕ ਹੈ, ਉਹਨਾਂ ਦੀ ਜਿਹੜਾ ਹਾਲਤ ਹੈ ਜਿਹੜੀ ਉਸ ਨੂੰ ਇੰਪਰੂਵ ਕਰਨ ਲਈ। ਇਟ ਇਜ਼ ਨਾਟ ਟੋਟਲੀ ਡਿਫਰੈਂਟ, ਬਟ ਇਹ ਜਿਹੜਾ ਪ੍ਰੋਗਰਾਮ ਹੈ ਟੋਟਲੀ ਡਿਫਰੈਂਟ ਨਹੀਂ ਹੋਣਾ ਚਾਹੀਦਾ ਨੋਰਮਲ ਚਿਲਡਰਨਸ ਤੋਂ, ਥੋੜ੍ਹਾ ਬਹੁਤ ਫਰਕ ਹੋ ਸਕਦਾ ਕਿਉਂਕਿ ਉਹਨਾਂ ਨੂੰ ਆਪਾਂ ਸਮਾਜ ਦੇ ਨਾਲ ਵੀ ਜੋੜ ਕੇ ਰੱਖਣਾ ਹੈ। ਉਹਨਾਂ ਨੂੰ ਇਹ ਫੀਲ ਨਹੀਂ ਹੋਣ ਦੇਣਾ ਕਿ ਜਿਹੜੇ ਉਹ ਨੇ ਸਮਾਜ ਤੋਂ ਵੱਖਰੇ ਬੱਚੇ ਨੇ। ਬਟ ਇਟ ਐਡਸ ਅ ਸੋਰਟ ਆਫ ਡਿਜ਼ਾਈਨ ਪ੍ਰਪੋਜ਼ ਟੂ ਅਸਿਸਟ ਐਂਡ ਗਿਫਟਡ ਚਿਲਡਰਨ, ਫਿਜ਼ੀਕਲੀ ਐਂਡ ਮੈਂਟਲੀ ਹੈਂਡੀਕੈਪਡ ਐਂਡ ਸੋਸ਼ਲ ਰਿਟਾਰਡਡ ਚਿਲਡਰਨ। ਬਟ ਜਿਹੜਾ ਇਹਦੇ ਵਿੱਚ ਕੀ ਹੈ, ਉਹਨਾਂ ਲਈ ਸਪੈਸ਼ਲ ਪ੍ਰੋਗਰਾਮਸ ਡਿਜ਼ਾਈਨ ਕੀਤੇ ਜਾਂਦੇ ਨੇ, ਠੀਕ ਹੈ, ਉਹਨਾਂ ਨੂੰ ਸਿਖਾਉਣ ਲਈ। ਐਜ਼ ਇਟ ਇਜ਼ ਅ ਪਲੈਨਡ ਐਂਡ ਸਿਸਟਮੈਟਿਕਲ ਮੈਂਸ਼ਨ ਅਰੇਂਜਮੈਂਟ, ਮੈਜੋਰਿਟੀ ਆਫ ਐਵਰੇਜ ਚਿਲਡਰਨ ਆਰ ਨਾਟ ਗਰੁੱਪਡ ਇਨਟੂ ਦਿਸ ਕੈਟੇਗਰੀ ਆਫ ਐਜੂਕੇਸ਼ਨ। ਤਾਂ ਇਹਨਾਂ ਨੂੰ ਕੀ ਹੈ, ਸਿੱਖਿਆ ਪ੍ਰੋਵਾਈਡ, ਜਿਹੜਾ ਆਪਾਂ ਇਹ ਬੱਚੇ ਨੇ ਇਹਨਾਂ ਨੂੰ ਆਪਾਂ ਸਿੱਖਿਆ ਪ੍ਰੋਵਾਈਡ ਤਾਂ ਕਰ ਹੀ ਨਹੀਂ ਸਕਦੇ, ਠੀਕ ਹੈ। ਤਾਂ ਇਸ ਦਾ ਮੇਨ ਮੋਟਿਵ ਹੈ ਉਹਨਾਂ ਨੂੰ ਟ੍ਰੇਨਡ ਕਰਨਾ, ਠੀਕ ਹੈ। ਉਹਨਾਂ ਦਾ ਜਿਹੜਾ ਬਿਕੋਜ਼ ਇਹਨਾਂ ਦਾ ਜਿਹੜਾ IQ ਲੈਵਲ ਹੈ ਬਹੁਤ ਲੋ ਹੁੰਦਾ, ਠੀਕ ਹੈ। ਸਿੱਖਿਆ ਦੇ ਵਿੱਚ ਇਹਨਾਂ ਦਾ ਟਾਈਮ ਵੇਸਟ ਕਰਨ ਦੀ ਬਜਾਏ ਇਹਨਾਂ ਨੂੰ ਟ੍ਰੇਨਡ ਕਰ ਦਿੱਤਾ ਜਾਵੇ ਤਾਂ ਕਿ ਜਿਹੜਾ ਇਹਨਾਂ ਦਾ ਮੈਂਟਲ ਲੈਵਲ ਹੈ ਥੋੜ੍ਹਾ ਇੰਪਰੂਵ ਹੋ ਸਕੇ, ਠੀਕ ਹੈ। ਚਿਲਡਰਨ ਆਰ ਗਰਾਊਂਡਡ ਇਨਟੂ Majority of average children are not grouped into this category of education. Special education can be provided in general schools with some special arrangements or in special school. ਜਿਹੜੇ ਸਪੈਸ਼ਲ ਐਜੂਕੇਸ਼ਨ ਹੈ ਇਹਦੇ ਲਈ ਸਪੈਸ਼ਲ ਸਕੂਲਸ ਵੀ ਖੋਲ੍ਹੇ ਜਾ ਸਕਦੇ ਨੇ ਜਾਂ ਫਿਰ ਜਿਹੜੇ ਆਮ ਸਕੂਲ ਨੇ ਉਹਨਾਂ ਵਿੱਚ ਥੋੜ੍ਹੇ ਸਪੈਸ਼ਲ ਅਰੇਂਜਮੈਂਟਸ ਦੇ ਨਾਲ ਜਿਹੜਾ ਹੈ ਇਹ ਸਿੱਖਿਆ ਹੈ ਜਿਹੜੀ ਦਿੱਤੀ ਜਾ ਸਕਦੀ ਹੈ ਸਪੈਸ਼ਲ ਐਜੂਕੇਸ਼ਨ ਦੀ। ਉਹਨਾਂ ਦੇ ਲਈ ਵੱਖਰੇ ਅਰੇਂਜਮੈਂਟ ਕਰਨਾ, ਵੱਖਰੇ ਟੂਲਸ, ਸਪੋਜ਼ ਜਿਵੇਂ ਕੋਈ ਬੱਚਾ ਹੈ, ਠੀਕ ਹੈ, ਉਹਨੂੰ ਬਾਕੀ ਬੱਚਿਆਂ ਦੇ ਨਾਲ ਪੜ੍ਹਾਉਣਾ ਥੋੜ੍ਹੇ ਵੱਖਰੇ ਟਰੀਟਮੈਂਟ ਦੇ ਨਾਲ, ਠੀਕ ਹੈ, ਅਲੱਗ ਟਰੀਟਮੈਂਟ ਦੇਣਾ ਉਸਨੂੰ। ਨੈਕਸਟ ਹੈ ਦ NPE 1986 ਐਂਡ ਦ ਪ੍ਰੋਗਰਾਮ ਆਫ ਐਕਸ਼ਨ ਰਿਲੇਟਿੰਗ ਟੂ ਸਪੈਸ਼ਲ ਸਕੂਲਸ। ਹੁਣ ਜਿਹੜੀ ਨੈਸ਼ਨਲ ਐਜੂਕੇਸ਼ਨ ਪੋਲਿਸੀ ਹੈ 1986, ਇਹਦੇ ਵਿੱਚ ਜਿਹੜਾ ਸਪੈਸ਼ਲ
ਨੀਡਸ ਵਾਲੇ ਬੱਚੇ ਨੇ ਉਹਨਾਂ ਲਈ ਕੀ ਪ੍ਰੋਗਰਾਮ ਉਲੀਕਿਆ ਗਿਆ ਸੀ ਉਹਦੇ ਬਾਰੇ ਪੜਾਂਗੇ। ਤਾਂ ਫਸਟ ਹੈ ਐਸਟੈਬਲਿਸ਼ਮੈਂਟ ਆਫ ਸਪੈਸ਼ਲ ਸਕੂਲਸ। ਤਾਂ ਸਭ ਤੋਂ ਪਹਿਲਾਂ ਕੀ ਕੀਤਾ ਗਿਆ ਸੀ, ਸਪੈਸ਼ਲ ਸਕੂਲਸ ਐਸਟੈਬਲਿਸ਼ ਕੀਤੇ ਗਏ ਸੀ। ਵੋਕੇਸ਼ਨਲ ਟ੍ਰੇਨਿੰਗ ਸੈਂਟਰਸ ਬਣਾਏ ਗਏ ਸੀ ਇਹਨਾਂ ਬੱਚਿਆਂ ਲਈ, ਇਹਨਾਂ ਨੂੰ ਵੋਕੇਸ਼ਨਲ ਸਿੱਖਿਆ ਦੇਣ ਲਈ। ਟ੍ਰੇਨਿੰਗ ਆਫ ਟੀਚਰਸ, ਅਲੱਗ-ਅਲੱਗ ਮਤਲਬ ਇਹਨਾਂ ਨੂੰ ਪੜ੍ਹਾਉਣ ਲਈ ਜਿਹੜੇ ਟੀਚਰਸ ਨੇ ਉਹ ਵੀ ਪ੍ਰੋਪਰ ਤਰੀਕੇ ਨਾਲ ਟ੍ਰੇਨਡ ਹੋਣੇ ਚਾਹੀਦੇ ਨਾ। ਇਹ ਬਹੁਤ ਮਤਲਬ ਸਬਰ ਵਾਲਾ ਕੰਮ ਹੈ, ਕੋਈ ਸਬਰ ਵਾਲਾ ਟੀਚਰ ਇਹਨਾਂ ਨੂੰ ਪੜ੍ਹਾ ਸਕਦਾ ਹੈ। ਤਾਂ ਉਹਨਾਂ ਨੂੰ ਅੱਛੀ ਤਰ੍ਹਾਂ ਟ੍ਰੇਨਡ ਕਰਨ ਲਈ ਟ੍ਰੇਨਿੰਗ ਦਿੱਤੀ ਗਈ ਸੀ। ਟ੍ਰੇਨਿੰਗ ਆਫ ਵੋਕੇਸ਼ਨਲ ਟੀਚਰ, ਜਿਹੜੇ ਇਹਨਾਂ ਨੂੰ ਵੋਕੇਸ਼ਨਲ, ਇਹ ਪੜ੍ਹਾਈ ਵਾਲੇ ਸਨ ਫਸਟ ਵਾਲੇ, ਤਾਂ ਜਿਹੜੇ ਇਹਨਾਂ ਨੂੰ ਵੋਕੇਸ਼ਨਲ ਸਿੱਖਿਆ ਦੇਣਗੇ ਉਹਨਾਂ ਦੀ ਟ੍ਰੇਨਿੰਗ ਦਾ ਬੰਦੋਬਸਤ ਕਰਨਾ। ਮੋਡੀਫਿਕੇਸ਼ਨ ਆਫ ਕਰੀਕੁਲਮ, ਤਾਂ ਇਹਨਾਂ ਦਾ ਜਿਹੜਾ ਪਾਠਕ੍ਰਮ ਹੈ, ਕਰੀਕੁਲਮ ਹੈ, ਉਸ ਨੂੰ ਵੀ ਮੋਡੀਫਾਈ ਕਰਨਾ, ਕਿਉਂਕਿ ਇਹ ਆਮ ਬੱਚਿਆਂ ਨਾਲੋਂ ਉਹ ਦੂਸਰਾ ਕਰੀਕੁਲਮ ਹੈ ਜਿਹੜਾ ਉਸ ਨੂੰ ਫੋਲੋ ਨਹੀਂ ਕਰ ਸਕਦੇ, ਅਤੇ ਇਹਨਾਂ ਲਈ ਥੋੜ੍ਹਾ ਸਿੰਪਲ ਕਰੀਕੁਲਮ ਬਣਾਉਣਾ। ਫਲੈਕਸੀਬਿਲਿਟੀ ਇਨ ਐਗਜ਼ਾਮੀਨੇਸ਼ਨ, ਇਹ ਜਿਹੜੇ ਹਾਰਡ ਪੇਪਰ ਨੇ, ਹਾਰਡ ਐਗਜ਼ਾਮਸ ਨੇ, ਉਹਨਾਂ ਨੂੰ ਸੋਲਵ ਨਹੀਂ ਕਰ ਸਕਦੇ ਬਾਕੀ ਬੱਚਿਆਂ ਤਰ੍ਹਾਂ, ਤਾਂ ਉਹ ਜਿਹੜੇ ਇਹਨਾਂ ਦੇ ਐਗਜ਼ਾਮੀਨੇਸ਼ਨ ਹੈ ਉਹਨਾਂ ਦੇ ਵਿੱਚ ਵੀ ਫਲੈਕਸੀਬਿਲਿਟੀ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਚੇਂਜ ਕੀਤਾ ਜਾ ਸਕੇ। ਯੂਜ਼ ਆਫ ਟੈਕਨੋਲੋਜੀ, ਇਹਨਾਂ ਦਾ ਪੜ੍ਹਾਉਣ ਲਈ ਅਲੱਗ-ਅਲੱਗ ਟੈਕਨੋਲੋਜੀ ਦਾ ਯੂਜ਼ ਕਰਨਾ ਚਾਹੀਦਾ ਹੈ। ਸਟਰੈਂਥਿੰਗ ਆਫ ਐਗਜ਼ਿਸਟੈਂਟ ਸਪੈਸ਼ਲ ਸਕੂਲਸ, ਇੰਸ਼ੋਰਿੰਗ ਇਫੈਕਟਿਵ ਸੁਪਰਵਿਜ਼ਨ, ਤਾਂ ਇਹਨਾਂ ਦੇ ਲਈ ਜਿਹੜੇ ਸਪੈਸ਼ਲ ਸਕੂਲਸ ਨੇ ਉਹ ਬਣਾਏ ਗਏ ਸਨ। ਠੀਕ ਹੈ, ਨੈਕਸਟ ਹੈ ਐਜੂਕੇਸ਼ਨ ਆਫ ਚਿਲਡਰਨ ਵਿਦ ਸਪੈਸ਼ਲ ਨੀਡਸ ਅੰਡਰ ਇਨਕਲੂਸਿਵ ਐਜੂਕੇਸ਼ਨ ਪ੍ਰੋਗਰਾਮ। ਤਾਂ ਹੁਣ ਇਸ ਦੇ ਵਿੱਚ ਕੀ ਹੈ, ਤਾਂ ਇਨਕਲੂਸਿਵ ਐਜੂਕੇਸ਼ਨ ਕੀ ਹੈ, ਜਿਹੜੇ ਇਹ ਬੱਚੇ ਨੇ ਸਪੈਸ਼ਲ ਨੀਡਸ ਵਾਲੇ, ਇਹਨਾਂ ਨੂੰ ਆਮ ਬੱਚਿਆਂ ਦੇ ਨਾਲ ਹੀ ਪੜ੍ਹਾ ਕੇ ਉਹਨਾਂ ਦਾ ਜਿਹੜਾ ਲੈਵਲ ਹੈ ਉਸ ਨੂੰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਨਾ। ਜਿਵੇਂ ਹੁਣ ਜਿਹੜੇ ਬੱਚੇ ਘੱਟ ਵਿਸ਼ੇਸ਼ ਲੋੜਾਂ ਵਾਲੇ ਹੁੰਦੇ ਆ, ਜਿਹੜੇ ਮਤਲਬ ਪੂਰੀ ਤਰ੍ਹਾਂ ਡਿਸੇਬਲਡ ਨਹੀਂ ਹੁੰਦੇ, ਜਿਹੜੇ ਕਰ ਸਕਦੇ ਆ ਦੂਸਰੇ ਬੱਚਿਆਂ ਨਾਲ, ਤਾਂ ਉਹਨਾਂ ਨੂੰ ਬਾਕੀ ਬੱਚਿਆਂ ਦੇ ਨਾਲ ਹੀ ਪੜ੍ਹਾਇਆ ਜਾ ਸਕੇ, ਤਾਂ ਕਿ ਜਿਹੜਾ ਸਮਾਜ ਵਿੱਚ ਪਾੜਾ ਪੈ ਰਿਹਾ ਉਹ ਕ੍ਰੀਏਟ ਨਾ ਕਰ ਸਕੀਏ ਆਪਾਂ, ਉਹਨਾਂ ਦੇ ਮਨ ਵਿੱਚ ਇਹ ਨਾ ਆਵੇ ਕਿ ਉਹ ਵੱਖਰੇ ਹਨ ਕਿਸੇ ਵੀ ਤਰ੍ਹਾਂ ਨਾਲੋਂ। ਠੀਕ ਹੈ, ਤਾਂ ਇਹਦੇ ਵਿੱਚ ਜਿਹੜਾ ਹਰ ਤਰ੍ਹਾਂ ਦਾ ਬੱਚਾ ਹੈ ਉਹ ਇੱਕੋ ਸਕੂਲ ਵਿੱਚ ਪੜ੍ਹਨ ਜਾਂਦਾ ਹੈ। ਇਨਕਲੂਸਿਵ ਐਜੂਕੇਸ਼ਨ ਮੀਨਸ ਐਜੂਕੇਸ਼ਨ ਆਫ ਆਲ ਸਟੂਡੈਂਟਸ ਵੇਅਰ ਆਲ ਸਟੂਡੈਂਟਸ ਅਟੈਂਡ ਐਂਡ ਆਰ ਵੈਲਕਮਡ ਬਾਏ ਦੇਅਰ ਨੇਬਰਹੁੱਡ ਸਕੂਲਸ। ਤਾਂ ਇਹਦੇ ਵਿੱਚ ਕੀ ਹੈ, ਸਾਰੇ ਬੱਚਿਆਂ ਨੂੰ ਸਿੱਖਿਆ ਦੇਣਾ। ਠੀਕ ਹੈ, ਸਾਰੇ ਬੱਚੇ ਇੱਕੋ ਸਕੂਲ ਵਿੱਚ ਜਾਂਦੇ ਨੇ। ਆਲ ਚਿਲਡਰਨ ਕੈਨ ਓਨਲੀ ਬੈਨੀਫਿਟ ਦੈਮਸੈਲਫ ਵੈਨ ਦੇ ਫੀਲ ਦੈਟ ਦੇ ਬਿਲੋਂਗ ਟੂ ਦਾ ਕਾਮਨ ਐਜੂਕੇਸ਼ਨ ਸਿਸਟਮ। ਤਾਂ ਉਹਨਾਂ ਨੂੰ ਇਹ ਫੀਲ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਇਹ ਫੀਲ ਹੋਣਾ ਚਾਹੀਦਾ ਕਿ ਸਾਰੇ ਇੱਕੋ ਹੀ ਐਜੂਕੇਸ਼ਨ ਸਿਸਟਮ ਨਾਲ ਜੁੜੇ ਹੋਏ ਨੇ। ਇਨਕਲੂਸਿਵ ਐਜੂਕੇਸ਼ਨ ਇਜ਼ ਵਨ ਆਫ ਦਾ ਮੋਸਟ ਇਫੈਕਟਿਵ ਵੇ ਟੂ ਪ੍ਰਮੋਟ ਐਨ ਇਨਕਲੂਸਿਵ ਸੁਸਾਇਟੀ। ਤਾਂ ਇਨਕਲੂਸਿਵ ਸੁਸਾਇਟੀ ਦਾ ਜਿਹੜਾ ਨਿਰਮਾਣ ਹੈ ਉਹ ਇਨਕਲੂਸਿਵ ਐਜੂਕੇਸ਼ਨ ਦੁਆਰਾ ਹੀ ਕੀਤਾ ਜਾ ਸਕਦਾ ਹੈ। ਦ ਮਿਸ਼ਨ ਆਫ ਇਨਕਲੂਸਿਵ ਐਜੂਕੇਸ਼ਨ ਇਜ਼ ਟੂ ਰਿਮੂਵ ਸੋਸ਼ਲ ਐਂਡ ਸਾਈਕੋਲੋਜੀਕਲ ਆਈਸੋਲੇਸ਼ਨ ਫਰੋਮ ਦਾ ਮਾਈਂਡ ਆਫ ਦਾ CWSN। ਤਾਂ ਇਸ ਵਿੱਚ ਕੀ ਹੈ, ਜਿਹੜੇ ਚਿਲਡਰਨ ਵਿਦ ਸਪੈਸ਼ਲ ਨੀਡਸ ਹੁੰਦੇ ਨੇ, ਤਾਂ ਉਹਨਾਂ ਦੇ ਮਨ ਵਿੱਚ ਜਦੋਂ ਆਪਾਂ ਉਹਨਾਂ ਨੂੰ ਅਲੱਗ ਤਰ੍ਹਾਂ, ਜਿਵੇਂ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਪੜ੍ਹਿਆ ਸੀ ਕਿ ਅਲੱਗ ਟਰੀਟਮੈਂਟ ਦੇਣਾ, ਤਾਂ ਆਪਾਂ ਜਦੋਂ ਉਹਨਾਂ ਨੂੰ ਅਲੱਗ ਟਰੀਟਮੈਂਟ ਦਿੰਦੇ ਤਾਂ ਉਹਨਾਂ ਦੇ ਮਾਈਂਡ ਵਿੱਚ ਆਉਂਦਾ ਹੈ ਕਿ ਉਹ ਕਿਉਂ ਵੱਖਰੇ ਹਨ। ਠੀਕ ਹੈ, ਤਾਂ ਉਹ ਇਕੱਲੇ ਰਹਿਣਾ ਪਸੰਦ ਕਰਦੇ ਆ, ਆਈਸੋਲੇਸ਼ਨ ਵਿੱਚ ਰਹਿਣਾ ਪਸੰਦ ਕਰਦੇ ਨੇ। ਤਾਂ ਉਹ ਉਸ ਆਈਸੋਲੇਸ਼ਨ ਨੂੰ ਖ਼ਤਮ ਕਰਨ ਲਈ ਜਿਹੜਾ ਹੈ ਇਹ ਪ੍ਰੋਗਰਾਮ ਹੈ ਇਹ ਬਣਾਇਆ ਗਿਆ ਸੀ। ਇਟ ਇਜ਼ ਓਬਜ਼ਰਵਡ ਦੈਟ ਦਾ ਸਪੈਸ਼ਲ ਸਕੂਲ ਸਿਸਟਮ ਕ੍ਰੀਏਟਸ ਆਈਸੋਲੇਸ਼ਨ। ਜੋ ਸਪੈਸ਼ਲ ਸਕੂਲ ਬਣਾਉਂਦੇ ਨੇ ਉਹ ਆਈਸੋਲੇਸ਼ਨ ਕ੍ਰੀਏਟ ਕਰਦੇ ਨੇ ਇਨ ਦਾ ਮਾਈਂਡ ਆਫ ਦਾ CWSN। ਫਰਦਰ ਦਾ ਐਕਸਕਲੂਸਿਵ ਸਪੈਸ਼ਲ ਸਕੂਲ ਸਿਸਟਮ ਸਟੈਂਡਸ ਇਨ ਦਾ ਵੇ ਆਫ ਦੇਅਰ social integration, keeping this perspective in active consideration. The concept of implement of inclusive education program is perceived in ਸਰਵ ਸਿੱਖਿਆ ਅਭਿਆਨ। ਤੇ ਸਰਵ ਸਿੱਖਿਆ ਅਭਿਆਨ ਦੁਆਰਾ ਜਿਹੜਾ ਇਹ ਪ੍ਰੋਗਰਾਮ ਹੈ ਅਪਣਾਇਆ ਗਿਆ ਸੀ ਟੂ ਇਨਸ਼ਿਓਰ ਅਚੀਵਿੰਗ ਦਾ ਗੋਲ ਆਫ ਯੂਨੀਵਰਸਲਾਈਜੇਸ਼ਨ ਆਫ ਐਲੀਮੈਂਟਰੀ ਐਜੂਕੇਸ਼ਨ ਟੂ ਦਾ ਟਰੂ ਸੈਂਸ। ਅਤੇ ਇਸ ਜਿਹੜਾ ਐਲੀਮੈਂਟਰੀ ਐਜੂਕੇਸ਼ਨ ਦਾ ਵਿਸ਼ਵੀਕਰਨ ਕਰਨ ਲਈ ਇਹ ਜਿਹੜਾ ਪ੍ਰੋਗਰਾਮ ਹੈ ਬਣਾਇਆ ਗਿਆ ਸੀ। ਨੈਕਸਟ ਹੈ ਐਜੂਕੇਸ਼ਨ ਪ੍ਰੋਗਰਾਮ ਟੂ ਐਡਰੈਸ ਦਾ ਸਪੈਸ਼ਲ ਨੀਡਸ ਆਫ CWSN। ਹੁਣ ਇਸ ਦੇ ਅੰਡਰ ਕਿਹੜੇ ਕਿਹੜੇ ਐਜੂਕੇਸ਼ਨ ਪ੍ਰੋਗਰਾਮ ਆਉਂਦੇ ਸਨ, ਤਾਂ ਫਸਟ ਹੈ ਆਈਡੈਂਟੀਫਿਕੇਸ਼ਨ ਆਫ CWSN। ਠੀਕ ਹੈ, ਸਭ ਤੋਂ ਪਹਿਲਾਂ ਉਹਨਾਂ ਬੱਚਿਆਂ ਦੀ ਆਈਡੈਂਟੀਫਿਕੇਸ਼ਨ ਕਰਨਾ, ਟ੍ਰੇਨਿੰਗ ਆਫ ਟੀਚਰਸ ਔਨ ਪ੍ਰੋਪਰ ਆਈਡੈਂਟੀਫਿਕੇਸ਼ਨ। ਠੀਕ ਹੈ, ਟੀਚਰਸ ਨੂੰ ਟ੍ਰੇਨਡ ਕਰਨਾ ਕਿ ਉਹ ਪ੍ਰੋਪਰ ਤਰੀਕੇ ਨਾਲ CWSN ਬੱਚਿਆਂ ਦੀ ਆਈਡੈਂਟੀਫਿਕੇਸ਼ਨ ਕਰ ਸਕਣ। ਇਨਰੋਲਮੈਂਟ ਆਫ CWSN, ਇਨਰੋਲਮੈਂਟ ਕੀ ਹੁੰਦਾ ਕਿ ਉਹਨਾਂ ਨੂੰ ਆਮ ਸਕੂਲ ਵਿੱਚ ਦਾਖਲਾ ਦਿਵਾਉਣਾ। ਠੀਕ ਹੈ, ਫਾਰਮਲ ਸਕੂਲਸ ਵਿੱਚ ਉਹ ਦਾਖਲ ਹੋ ਸਕਣ, ਪਾਰਟੀਸਪੇਟ ਕਰ ਸਕਣ। ਆਰਗੇਨਾਈਜੇਸ਼ਨ ਆਫ ਬਲਾਕ ਲੈਵਲ ਅਸੈਸਮੈਂਟ ਕੈਂਪਸ ਫॉर ਡਿਟਰਮੀਨੇਸ਼ਨ ਆਫ ਰਿਕੁਆਇਰਮੈਂਟ ਆਫ ਏਡਸ ਐਂਡ ਐਪਲੀਸੈਂਟਸ ਆਫ CWSN। ਤਾਂ ਇਹਦੇ ਵਿੱਚ ਕੀ ਹੈ, ਬਲਾਕ ਲੈਵਲ 'ਤੇ ਜਿਹੜੇ ਕੈਂਪ ਲਗਾਉਣੇ। ਠੀਕ ਹੈ, ਜਿਵੇਂ ਫੋਰ ਐਗਜ਼ਾਮਪਲ ਉਹਨਾਂ ਦੀ ਪਹਿਚਾਣ ਕਰਨਾ ਕਿ ਉਹਨਾਂ ਨੂੰ ਕਿਹੜੀ ਏਡਸ ਦੀ ਜ਼ਰੂਰਤ ਹੈ। ਠੀਕ ਹੈ, ਜਿਵੇਂ ਫੋਰ ਐਗਜ਼ਾਮਪਲ ਜਿਹੜਾ ਹੀਅਰਿੰਗ ਇੰਪੇਅਰ ਵਾਲਾ ਬੱਚਾ ਹੈ ਤਾਂ ਉਸ ਦੇ ਲਈ ਹੀਅਰਿੰਗ ਏਡਸ ਚਾਹੀਦੀਆਂ ਹੋਣਗੀਆਂ ਨਾ, ਉਸ ਦੀ ਆਈਡੈਂਟੀਫਿਕੇਸ਼ਨ ਕਰਨਾ। ਤਾਂ ਆਈਡੈਂਟੀਫਿਕੇਸ਼ਨ ਕਰਨ ਤੋਂ ਬਾਅਦ ਨੈਕਸਟ ਹੈ ਸਪਲਾਈ ਆਫ ਏਡਸ।
ਤਾਂ ਉਹਨਾਂ ਨੂੰ ਸਪਲਾਈ ਕਰਨਾ ਉਹ ਏਡਸ। ਆਰਗੇਨਾਈਜੇਸ਼ਨ ਆਫ ਬਲਾਕ ਲੈਵਲ ਓਰੀਐਂਟੇਸ਼ਨ ਟ੍ਰੇਨਿੰਗ ਪ੍ਰੋਗਰਾਮ ਫॉर ਪੇਰੈਂਟਸ ਆਲਸੋ, ਪੇਰੈਂਟਸ ਲਈ ਵੀ ਜਿਹੜੇ ਬਲਾਕ ਲੈਵਲ ਤੇ ਜਿਹੜੇ ਹੈ ਟ੍ਰੇਨਿੰਗ ਪ੍ਰੋਗਰਾਮ ਉਹ ਲਿਖਣਾ। ਕਾਉਂਸਲਿੰਗ ਆਫ ਪੇਰੈਂਟਸ ਦੀ ਕਾਉਂਸਲਿੰਗ ਕਰਨਾ ਤਾਂ ਕਿ ਜਿਹੜੇ ਉਹਨਾਂ ਏਡਸ ਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਹੈ ਯੂਜ਼ ਕਰ ਸਕਣ ਕਿ ਉਹਨਾਂ ਏਡਸ ਨੂੰ ਕਿਵੇਂ ਯੂਜ਼ ਕਰਨਾ ਹੈ। ਨੈਕਸਟ ਹੈ ਆਰਗੇਨਾਈਜੇਸ਼ਨ ਆਫ ਸਕੂਲ ਰੈਡਨੈਸ ਪ੍ਰੋਗਰਾਮ ਫॉर CWSN, ਸਕੂਲ ਪੱਧਰ ਤੇ ਜਿਹੜੇ ਉਹਨਾਂ ਲਈ ਵੱਖ-ਵੱਖ ਪ੍ਰੋਗਰਾਮਸ ਬਣਾਉਣਾ। ਓਰੀਐਂਟੇਸ਼ਨ ਟ੍ਰੇਨਿੰਗ ਆਫ ਟੀਚਰਸ ਔਨ ਇਨਕਲੂਸਿਵ ਐਜੂਕੇਸ਼ਨ ਤੇ ਟੀਚਰਸ ਦੇ ਵੱਖ-ਵੱਖ ਟ੍ਰੇਨਿੰਗਸ ਲਗਾਉਣਾ। ਪ੍ਰੋਵੀਜ਼ਨ ਆਫ ਦ ਟਰਾਂਸਪੋਰਟ, ਜਿਹੜੇ ਅਜਿਹੇ ਬੱਚੇ ਨੇ ਸਪੈਸ਼ਲ ਨੀਡਸ ਵਾਲੇ ਉਹਨਾਂ ਦੇ ਟਰਾਂਸਪੋਰਟ ਦਾ ਪ੍ਰਬੰਧ ਕਰਨਾ। ਐਸਕੋਰਟ ਅਲਾਉੈਂਸ ਫॉर CWSN ਫॉर ਅਟੈਂਡਿੰਗ ਨੇਬਰਹੁੱਡ ਸਕੂਲਸ, ਠੀਕ ਹੈ, ਤਾਂ ਉਹਨਾਂ ਨੂੰ ਸਕੂਲਸ ਦੇ ਵਿੱਚ ਦਾਖਲਾ ਦਿਵਾਉਣਾ। ਪ੍ਰੋਵਾਈਡਿੰਗ ਫॉर ਥੈਰੇਪੀ ਸਪੋਰਟ, ਥੈਰੇਪੀਜ਼ ਦੇਣਾ ਉਹਨਾਂ ਨੂੰ। ਕ੍ਰੀਏਸ਼ਨ ਆਫ ਆਰਕੀਟੈਕਚਰਲ ਬਰੀਅਰ ਫ੍ਰੀ ਇਨਵਾਇਰਮੈਂਟ, ਉਹਨਾਂ ਲਈ ਰੁਕਾਵਟਾਂ ਫ੍ਰੀ ਜਿਹੜਾ ਇਨਵਾਇਰਮੈਂਟ ਹੈ ਉਹ ਕ੍ਰੀਏਟ ਕਰਨਾ। ਸਕੂਲ ਬੋਥ ਇਨਸਾਈਡ ਔਰ ਆਊਟਸਾਈਡ ਕਲਾਸਰੂਮ ਦੇ ਬਾਹਰ ਵੀ ਔਰ ਕਲਾਸਰੂਮ ਦੇ ਅੰਦਰ ਵੀ। ਨੈਕਸਟ ਹੈ ਦ ਪਰਸਨ ਵਿਦ ਡਿਸਐਬਿਲਿਟੀਜ਼ ਐਕਟ। ਤਾਂ ਹੁਣ ਕੀ ਹੈ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਰਕਾਰ ਹੈ ਜਿਹੜੀ ਇਹਨਾਂ ਨੇ ਅਜਿਹੇ ਬੱਚਿਆਂ ਦੀ ਪ੍ਰੋਟੈਕਸ਼ਨ ਲਈ ਅਲੱਗ-ਅਲੱਗ ਕਾਨੂੰਨ ਬਣਾਏ ਨੇ, ਅਤੇ ਇਹਨਾਂ ਕਾਨੂੰਨਾਂ ਦੇ ਵਿੱਚੋਂ ਹੀ ਇੱਕ ਹੈ ਦ ਪਰਸਨ ਵਿਦ ਡਿਸਐਬਿਲਿਟੀਜ਼ ਐਕਟ 1995। ਤਾਂ ਇਹ ਜਿਹੜਾ ਪਹਿਲਾ ਐਕਟ ਹੈ ਜਿਹੜਾ ਅਜਿਹੇ ਬੱਚਿਆਂ ਲਈ ਬਣਾਇਆ ਗਿਆ ਸੀ। ਤਾਂ ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਕਿ ਇਸ ਨੂੰ ਜਿਹੜਾ ਪਹਿਲਾ ਐਕਟ ਹੈ ਅਜਿਹੇ ਬੱਚਿਆਂ ਲਈ ਕਦੋਂ ਲਾਗੂ ਕੀਤਾ ਗਿਆ ਸੀ, ਤਾਂ ਬਣਾਇਆ ਗਿਆ ਸੀ 1995 ਵਿੱਚ। ਇਸ ਐਕਟ ਵਿੱਚ ਕੀ ਹੈ, ਪਰਸਨ ਵਿਦ ਡਿਸਐਬਿਲਿਟੀਜ਼ ਐਕਟ 1995 was passed by ਲੋਕ ਸਭਾ on 12th December 1995, ਠੀਕ ਹੈ। ਇਸ ਨੂੰ ਕਦੋਂ ਪਾਸ ਕੀਤਾ ਗਿਆ ਸੀ, ਲੋਕ ਸਭਾ ਦੇ ਦੁਆਰਾ 12 ਦਸੰਬਰ 1995 ਦੇ ਵਿੱਚ। ਇਸ ਦੇ ਵਿੱਚ ਕੀ ਦੱਸਿਆ ਗਿਆ ਸੀ, ਇਸ ਦੇ ਵਿੱਚ ਹੈ ਇਕੁਅਲ ਓਪਰਚੁਨਿਟੀਜ਼, ਪ੍ਰੋਟੈਕਸ਼ਨ ਆਫ ਰਾਈਟ ਐਂਡ ਫੁੱਲ ਪਾਰਟੀਸਪੇਸ਼ਨ। ਇਸ ਦੇ ਵਿੱਚ ਅਜਿਹੇ ਸਪੈਸ਼ਲ ਨੀਡਸ ਵਾਲੇ ਬੱਚਿਆਂ ਲਈ ਇਕੁਅਲ ਓਪਰਚੁਨਿਟੀਜ਼ ਪ੍ਰਦਾਨ ਕਰਨਾ, ਉਹਨਾਂ ਦੇ ਹੱਕਾਂ ਦੀ ਰਾਖੀ ਕਰਨਾ ਔਰ ਪਾਰਟੀਸਪੇਸ਼ਨ ਦੇਣਾ ਉਹਨਾਂ ਨੂੰ, ਠੀਕ ਹੈ। ਪਰਸਨ ਵਿਦ ਡਿਸਐਬਿਲਿਟੀਜ਼ ਮੀਨ, ਤਾਂ ਇਹ ਜਿਹੜਾ ਐਕਟ ਹੈ ਇਹ 1995 ਦੇ ਵਿੱਚ ਜਿਹੜਾ ਹੈ ਪਾਸ ਹੋਇਆ ਸੀ ਔਰ ਲਾਗੂ ਕਦੋਂ ਹੋਇਆ ਸੀ, 1996 ਦੇ ਵਿੱਚ ਲਾਗੂ ਹੋਇਆ ਸੀ। ਪਰਸਨ ਵਿਦ ਡਿਸਐਬਿਲਿਟੀਜ਼ ਮੀਨਸ ਅ ਪਰਸਨ ਸਫਰਿੰਗ ਫਰੋਮ ਨਾਟ ਲੈਸ ਦੈਨ 40% ਐਨੀ ਡਿਸਐਬਿਲਿਟੀ ਐਜ਼ ਸਰਟੀਫਾਈਡ ਬਾਈ ਮੈਡੀਕਲ ਅਥਾਰਟੀ। ਦਿਸ ਐਕਟ ਐਕਸਟੈਂਡਸ ਟੂ ਦਾ ਹੋਲ ਆਫ ਦਾ ਇੰਡੀਆ ਐਕਸੈਪਟ ਦਾ ਸਟੇਟ ਆਫ ਜੰਮੂ ਐਂਡ ਕਸ਼ਮੀਰ। ਤਾਂ ਇਸ ਦੇ ਵਿੱਚ ਕੀ ਸੀ, ਇਸ ਦੇ ਵਿੱਚ ਕੀ ਮੰਨਿਆ ਗਿਆ ਸੀ ਕਿ ਜਿਹੜਾ ਪਰਸਨ 40% ਤੱਕ ਜਾਂ 40% ਤੋਂ ਵੱਧ ਤੱਕ ਡਿਸਏਬਲਡ ਹੈ ਉਸ ਨੂੰ ਹੀ ਜਿਹੜਾ ਇਸ ਕੈਟੇਗਰੀ ਵਿੱਚ ਸ਼ਾਮਿਲ ਕੀਤਾ ਜਾਏਗਾ, ਯਾਨੀ ਕਿ 40% ਤੋਂ ਘੱਟ ਡਿਸਏਬਿਲਿਟੀ ਵਾਲਾ ਜਿਹੜਾ ਪਰਸਨ ਹੈ ਜਾਂ ਬੱਚਾ ਹੈ ਉਹ ਇਸ ਦੇ ਅੰਡਰ ਨਹੀਂ ਆਉਂਦਾ। ਤਾਂ ਇਹ ਜਿਹੜਾ ਐਕਟ ਹੈ ਸਾਰੀਆਂ ਸਟੇਟਸ ਵਿੱਚ ਲਾਗੂ ਹੋਇਆ ਸੀ ਇੰਡੀਆ ਦੇ ਐਕਸੈਪਟ ਜੰਮੂ ਐਂਡ ਕਸ਼ਮੀਰ ਨੂੰ ਛੱਡ ਕੇ। ਦਿਸ ਐਕਟ ਐਕਸਪਲੇਨਸ ਦਾ ਇਕੁਅਲ ਓਪਰਚੁਨਿਟੀਜ਼ ਪ੍ਰੋਟੈਕਸ਼ਨ ਆਫ ਰਾਈਟ, ਉੱਪਰ ਡੈਫੀਨੇਸ਼ਨ ਵਿੱਚ ਹੀ ਦੱਸ ਚੁੱਕੇ ਹਾਂ ਕਿ ਇਕੁਅਲ ਓਪਰਚੁਨਿਟੀਜ਼ ਪ੍ਰਦਾਨ ਕਰਨਾ, ਉਹਨਾਂ ਦੇ ਹੱਕਾਂ ਦੀ ਰਾਖੀ ਕਰਨਾ ਐਂਡ ਕੰਪਲੀਟ ਇਨਵੋਲਵਮੈਂਟ ਆਫ ਡਿਸਏਬਲਡ ਪਰਸਨ, ਤਾਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਹਰ ਐਕਟੀਵਿਟੀ ਵਿੱਚ ਇਨਵੋਲਵ ਕਰਨਾ, ਠੀਕ ਹੈ। ਇਨ ਦਿਸ ਐਕਟ ਰਿਸਪੋਂਸਿਬਿਲਿਟੀਜ਼ ਆਰ ਅਸਾਈਨ ਟੂ ਦਾ ਸੈਂਟਰਲ ਐਂਡ ਸਟੇਟ। ਇਹਦੇ ਵਿੱਚ ਕੀ ਹੁੰਦਾ ਹੈ, ਸਰਕਾਰ, ਕੇਂਦਰ ਸਰਕਾਰ ਔਰ ਰਾਜ ਸਰਕਾਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੁੰਦੀ ਹੈ ਕਿ ਉਹਨਾਂ ਨੂੰ, ਔਰ ਲੋਕਲ ਕੋਆਪਰੇਸ਼ਨਸ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਦੇ ਪ੍ਰੋਵਾਈਡ ਸਰਵਿਸਿਜ਼ ਐਂਡ ਫੈਸਿਲਿਟੀ ਟੂ ਦਾ ਡਿਸੇਬਲਡ ਵਨਸ। ਤਾਂ ਉਹਨਾਂ ਨੇ ਸਾਰੀਆਂ ਜਿਹੜੀਆਂ ਸਰਵਿਸਿਜ਼ ਨੇ, ਠੀਕ ਹੈ, ਫੈਸਿਲਿਟੀਜ਼ ਨੇ, ਉਹਨਾਂ ਡਿਸੇਬਲਡ ਪਰਸਨਸ ਨੂੰ ਦੇਣੀਆਂ ਨੇ। ਨੈਕਸਟ ਹੈ ਦ ਏਮ ਐਂਡ ਓਬਜੈਕਟਿਵਸ ਆਫ ਦ ਐਕਟ। ਇਸ ਐਕਟ ਦੇ ਕੀ ਓਬਜੈਕਟਿਵਸ ਨੇ, ਉਦੇਸ਼ ਨੇ, ਉਹ ਕਿਹੜੇ ਨੇ, ਟੂ ਸਪੈਲ ਆਊਟ ਦਾ ਰਿਸਪੋਂਸਿਬਿਲਿਟੀਜ਼ ਆਫ ਦਾ ਸਟੇਟ ਟੂਵਰਡਸ ਦਾ ਪ੍ਰੀਵੈਂਸ਼ਨ ਆਫ ਡਿਸਏਬਿਲਿਟੀ, ਪ੍ਰੋਟੈਕਸ਼ਨ ਆਫ ਰਾਈਟਸ, ਪ੍ਰੋਵੀਜ਼ਨਸ ਆਫ ਮੈਡੀਕਲ ਕੇਅਰ, ਐਜੂਕੇਸ਼ਨ, ਟ੍ਰੇਨਿੰਗ, ਇੰਪਲੋਇਮੈਂਟ ਐਂਡ ਆਫ ਪਰਸਨ ਵਿਦ ਡਿਸਏਬਿਲਿਟੀਜ਼। ਤਾਂ ਜਿਹੜੇ ਪਰਸਨ ਡਿਸਏਬਲਡ ਨੇ ਤਾਂ ਸਟੇਟ ਯਾਨੀ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਰਿਸਪੋਂਸਿਬਿਲਿਟੀ ਦਿੱਤੀ ਗਈ ਹੈ ਕਿ ਉਹਨਾਂ ਦੇ ਹੱਕਾਂ ਦੀ ਰਾਖੀ ਕਰਨਾ, ਉਹਨਾਂ ਨੂੰ ਮੈਡੀਕਲ ਕੇਅਰ ਪ੍ਰੋਵਾਈਡ ਕਰਵਾਉਣਾ, ਐਜੂਕੇਸ਼ਨ ਪ੍ਰੋਵਾਈਡ ਕਰਵਾਉਣਾ, ਉਹਨਾਂ ਲਈ ਟ੍ਰੇਨਿੰਗਸ, ਠੀਕ ਹੈ, ਇੰਪਲੋਇਮੈਂਟਸ ਦਾ ਖਿਆਲ ਰੱਖਣਾ, ਉਹਨਾਂ ਦੀ ਇੰਪਲੋਇਮੈਂਟ ਦਾ। ਟੂ ਕ੍ਰੀਏਟ ਅ ਬੈਰੀਅਰ ਫ੍ਰੀ ਇਨਵਾਇਰਮੈਂਟ, ਉਹਨਾਂ ਲਈ ਰੁਕਾਵਟਾਂ ਫ੍ਰੀ ਜਿਹੜਾ ਇਨਵਾਇਰਮੈਂਟ ਹੈ ਉਹ ਦੇਣਾ ਉਹਨਾਂ ਨੂੰ। ਟੂ ਕਾਊਂਟਰ ਐਕਟ ਐਨੀ ਸਿਚੁਏਸ਼ਨ ਆਫ ਅਬਿਊਜ਼ ਐਂਡ ਐਕਸਪਲੋਇਟੇਸ਼ਨ ਆਫ ਪਰਸਨ, ਜੇਕਰ ਉਹਨਾਂ ਨੂੰ ਕੋਈ ਗਲਤ ਬੋਲਦਾ ਹੈ, ਉਹਨਾਂ ਦਾ ਸ਼ੋਸ਼ਣ ਹੁੰਦਾ ਹੈ ਤਾਂ ਉਸ ਦੇ ਦੁਆਰਾ ਉਸ ਲਈ ਐਕਸ਼ਨ ਲੈਣਾ। ਟੂ ਮੇਕ ਸਪੈਸ਼ਲ ਪ੍ਰੋਵੀਜ਼ਨ ਆਫ ਦਾ ਇੰਟੀਗ੍ਰੇਸ਼ਨ ਆਫ ਪਰਸਨਸ ਵਿਦ ਡਿਸਏਬਿਲਿਟੀ ਇਨਟੂ ਦਾ ਸੋਸ਼ਲ ਮੇਨ ਸਟਰੀਮ, ਤਾਂ ਉਹਨਾਂ ਲਈ ਸਪੈਸ਼ਲ ਪ੍ਰੋਵੀਜ਼ਨਸ ਦੇਣਾ, ਠੀਕ ਹੈ, ਜਿਹੜੇ ਪਰਸਨ ਡਿਸੇਬਲਡ ਨੇ। ਨੈਕਸਟ ਦ ਮੇਨ ਪ੍ਰੋਵੀਜ਼ਨ ਆਫ ਦਾ ਐਕਟ ਆਰ। ਹੁਣ ਇਸ ਦੇ ਮੇਨ ਪ੍ਰੋਵੀਜ਼ਨ ਕੀ ਨੇ,
ਪ੍ਰੀਵੈਂਸ਼ਨ ਐਂਡ अर्ਲੀ ਡਿਟੈਕਸ਼ਨ ਆਫ ਡਿਸੇਬਿਲਟੀ, ਤੇ ਜਿਹੜੀ ਉਹਨਾਂ ਦੀ ਜਲਦੀ ਤੋਂ ਜਲਦੀ ਡਿਸੇਬਿਲਟੀ ਦੀ ਪਹਿਚਾਣ ਕਰਨਾ ਤੇ ਉਹਨਾਂ ਨੂੰ ਪ੍ਰੀਵੈਂਸ਼ਨਸ ਦੇਣਾ, ਠੀਕ ਹੈ, ਉਹਨਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਾ, ਐਜੂਕੇਸ਼ਨ ਦੇਣਾ ਉਹਨਾਂ ਨੂੰ, ਇੰਪਲੋਇਮੈਂਟ ਦੇਣਾ, ਨੋਨ ਡਿਸਕ੍ਰਿਮੀਨੇਸ਼ਨ, ਕੋਈ ਭੇਦਭਾਵ ਨਾ ਹੋਵੇ ਉਹਨਾਂ ਨਾਲ, ਅਜਿਹਾ ਮਾਹੌਲ ਕ੍ਰੀਏਟ ਕਰਨਾ, ਰਿਸਰਚ ਐਂਡ ਮੈਨ ਪਾਵਰ ਡਿਵੈਲਪਮੈਂਟ, ਉਹਨਾਂ ਲਈ ਅਲੱਗ-ਅਲੱਗ ਤਰੀਕੇ ਨਾਲ ਰਿਸਰਚ ਕਰਨਾ, ਅਫਰਮੇਟਿਵ ਐਕਸ਼ਨ ਕੀ ਹੈ ਤਾਂ ਮਤਲਬ ਸਾਰੀਆਂ ਜਿੰਨੀਆਂ ਵੀ ਸਕੀਮਸ ਨੇ ਉਹਨਾਂ ਨੂੰ ਪ੍ਰੈਕਟੀਕਲ ਰੂਪ ਵਿੱਚ ਲਾਗੂ ਕਰਨਾ, ਠੀਕ ਹੈ। ਸੋਸ਼ਲ ਸਿਕਿਉਰਿਟੀ, ਉਹਨਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ। ਗਵਰਨਮੈਂਟ ਐਜੂਕੇਸ਼ਨਲ ਇੰਸਟੀਟਿਊਸ਼ਨਸ ਐਂਡ ਅਦਰ ਐਜੂਕੇਸ਼ਨਲ ਇੰਸਟੀਟਿਊਸ਼ਨ ਰਿਸੀਵਿੰਗ ਗ੍ਰਾਂਟ ਫਰੋਮ ਗਵਰਨਮੈਂਟ ਸ਼ੈਲ ਰਿਜ਼ਰਵ, ਤਾਂ ਜਿੰਨੇ ਵੀ ਗਵਰਨਮੈਂਟ ਇੰਸਟੀਟਿਊਸ਼ਨਸ ਨੇ, ਠੀਕ ਹੈ, ਜਾਂ ਜਿਨ੍ਹਾਂ ਨੂੰ ਸਹਾਇਤਾ ਮਿਲਦੀ ਹੈ ਗਵਰਨਮੈਂਟ ਦੁਆਰਾ, ਉਹ ਸਾਰੇ ਇੰਸਟੀਟਿਊਸ਼ਨਸ ਕੀ ਕਰਨਗੇ 3% ਸੀਟਸ ਰਿਜ਼ਰਵ ਕਰਨਗੇ ਫॉर द ਪੀਪਲ ਵਿਦ ਡਿਸੇਬਿਲਿਟੀਜ਼, ਜਿਹੜੇ ਪਰਸਨ ਡਿਸੇਬਲਡ ਨੇ ਉਹਨਾਂ ਲਈ ਜਿਹੜਾ 3% ਸੀਟਸ ਨੇ ਰਿਜ਼ਰਵਡ ਰਹਿਣਗੀਆਂ। At least 3% of vacancies in every government establishment are to be reserved, ਜਿੰਨੀਆਂ ਵੀ ਵੈਕੈਂਸੀਜ਼ ਆਉਂਦੀਆਂ ਨੇ ਗਵਰਨਮੈਂਟ ਉਹਨਾਂ ਵਿੱਚ 3% ਜਿਹੜਾ ਹੈ ਰਿਜ਼ਰਵਡ ਹੋਣਗੀਆਂ ਸੀਟਸ, ਠੀਕ ਹੈ, ਪਰਸਨ ਵਿਦ ਡਿਸੇਬਿਲਿਟੀਜ਼ ਲਈ। ਆਊਟ ਆਫ ਵਿਚ 1% ਈਚ ਸ਼ੈਲ ਬੀ ਰਿਜ਼ਰਵਡ ਫॉर ਪਰਸਨ ਸਫਰਿੰਗ ਫਰੋਮ ਬਲਾਈਂਡਨੈਸ, 1% ਜਿਹੜੇ ਬਲਾਈਂਡ ਲੋਕ ਨੇ ਜਾਂ ਲੋ ਵਿਜ਼ਨ ਵਾਲੇ ਲੋਕ ਨੇ ਉਹਨਾਂ ਲਈ ਰਿਜ਼ਰਵ ਰਹਿਣਗੀਆਂ। ਐਂਡ ਅਦਰ 2% ਫॉर ਪਰਸਨ ਵਿਦ ਹੀਅਰਿੰਗ ਇੰਪੇਅਰਮੈਂਟ, ਜਿਹੜੀ ਨੈਕਸਟ 2% ਹੈ ਉਹ ਜਿਨ੍ਹਾਂ ਦੀ ਹੀਅਰਿੰਗ ਇੰਪੇਅਰਮੈਂਟ ਹੈ, ਉਹਨਾਂ ਹੀਅਰਿੰਗ ਇੰਪੇਅਰਮੈਂਟ ਲਈ ਜਿਹੜਾ ਹੈ ਉਸ ਦੇ ਰਿਜ਼ਰਵ ਰਹਿਣਗੀਆਂ। ਨੈਕਸਟ ਹੈ ਰਾਈਟ ਆਫ ਪਰਸਨਸ ਵਿਦ ਡਿਸਐਬਿਲਿਟੀਜ਼ ਐਕਟ 2016, ਇਹ ਲੇਟੈਸਟ ਐਕਟ ਹੈ ਜਿਹੜਾ 2016 ਦੇ ਵਿੱਚ ਆਇਆ ਹੈ, ਠੀਕ ਹੈ। ਇਸ ਦੇ ਬਾਰੇ ਕੁਐਸਚਨਸ ਨੇ ਜਿਹੜੇ ਬਹੁਤ ਆਉਂਦੇ ਨੇ। ਇਹਦੇ ਕੀ ਸਾਇਲੈਂਟ ਫੀਚਰਸ ਨੇ? ਸਾਇਲੈਂਟ ਫੀਚਰਸ ਆਫ ਦਾ ਰਾਈਟ ਆਫ ਪਰਸਨਸ ਵਿਦ ਡਿਸਐਬਿਲਿਟੀਜ਼ ਐਕਟ 2000, ਇਸ ਨੂੰ ਆਪਾਂ RPWD ਵੀ ਕਹਿ ਸਕਦੇ ਹਾਂ 2016। The right of person with disabilities act 2016 is the disability legislation passed by the Indian Parliament to fulfill its obligation to the United Nations Convention on the Right of Persons with Disabilities। ਤਾਂ ਇਹ ਜਿਹੜਾ ਹੈ 2006 ਦੇ ਵਿੱਚ UN ਦੁਆਰਾ ਇੱਕ ਸਮਝੌਤਾ ਕੀਤਾ ਗਿਆ ਸੀ ਜਿਸ ਵਿੱਚ ਇਹਨਾਂ ਪਰਸਨਸ ਲਈ ਅਲੱਗ-ਅਲੱਗ ਜਿਹੜੇ ਹੱਕ ਨੇ ਉਹ ਨਿਰਧਾਰਿਤ ਕੀਤੇ ਗਏ ਸਨ। ਤਾਂ ਉਸ ਨੂੰ ਜਿਹੜਾ ਹੈ 2016 ਦੇ ਵਿੱਚ ਜਿਹੜਾ ਇੰਡੀਅਨ ਪਾਰਲੀਮੈਂਟ ਨੇ ਫੁੱਲਫਿਲ ਕੀਤਾ ਸੀ ਇੰਡੀਆ ਦੇ ਵਿੱਚ, ਠੀਕ ਹੈ। ਤਾਂ ਯਾਨੀ ਕਿ 2006-7 ਦੇ ਵਿੱਚ ਜਿਹੜਾ ਹੈ ਇਹ ਜਿਹੜਾ ਸਮਝੌਤਾ ਜਿਹੜਾ ਹੋਇਆ ਸੀ, ਠੀਕ ਹੈ, ਵਿਚ ਇੰਡੀਆ ਰੈਟੀਫਾਈਡ ਇਨ 2007। ਦ ਐਕਟ ਰਿਪਲੇਸ ਦ ਐਗਜ਼ਿਸਟਿੰਗ ਪਰਸਨ ਵਿਦ ਡਿਸਐਬਿਲਿਟੀਜ਼। ਤਾਂ ਇਹ ਜਿਹੜਾ ਉਸੇ ਪਿਛਲੇ ਐਕਟ ਦਾ ਹੀ ਜਿਹੜਾ ਹੈ ਸੋਧ ਕੀਤਾ ਹੋਇਆ ਸੀ, ਇਹਦੇ ਵਿੱਚ 1995 ਵਾਲਾ PWD ਐਕਟ 1995 ਦੇ ਵਿੱਚ ਹੀ ਸੋਧ ਕੀਤੀ ਗਈ ਸੀ ਇਹ। ਦ RPWD ਐਕਟ 2016 ਨਾਓ ਆਲਸੋ ਇਨਕਲੂਡਸ ਸੈਬਰਲ ਪੈਲਸੀ। ਇਸ ਦੇ ਵਿੱਚ ਕੀ ਕਿਹਾ ਜਾਂਦਾ? ਇਸ ਦੇ ਵਿੱਚ ਕੀ ਹੈ ਕਿ 21 ਟਾਈਪਸ ਆਫ ਡਿਸਐਬਿਲਿਟੀਜ਼ ਇਹਦੇ ਵਿੱਚ ਆਉਂਦੀਆਂ ਨੇ। ਜਿਹੜੇ ਪਿਛਲਾ ਆਪਾਂ ਪ੍ਰੋਗਰਾਮ ਪੜ੍ਹਿਆ ਸੀ, ਪਿਛਲਾ ਐਕਟ ਪੜ੍ਹਿਆ ਸੀ, ਉਸ ਦੇ ਵਿੱਚ 7 ਜਿਹੜੀਆਂ ਡਿਸਐਬਿਲਿਟੀਜ਼ ਮੈਂਸ਼ਨ ਕੀਤੀਆਂ ਗਈਆਂ ਸੀ। 7 ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਹੀ ਡਿਸੇਬਲਡ ਮੰਨਿਆ ਗਿਆ ਸੀ, ਪਰ ਇਸ ਦੇ ਵਿੱਚ ਜਿਹੜੇ 21 ਟਾਈਪਸ ਆਫ ਡਿਸੇਬਲਡ ਪਰਸਨ ਜਿਹੜੇ ਨੇ ਇਨਕਲੂਡ ਕੀਤੇ ਗਏ ਨੇ। ਤਾਂ ਇਹਨਾਂ ਦੇ ਵਿੱਚ ਜਿਹੜੇ ਮੇਨ ਕਿਹੜੇ ਨੇ? ਸੈਰੇਬਲ ਪੈਲਸੀ, ਇਹ ਕਿਹੜੇ ਸਨ? ਜਿਹੜੇ ਐਕਸੀਡੈਂਟ ਕਾਰਨ ਜਿਨ੍ਹਾਂ ਦੇ ਬ੍ਰੇਨ ਦਾ ਹਿੱਸਾ ਜੋ ਮੋਟਰ ਸਿਸਟਮ ਨੂੰ ਕੰਟਰੋਲ ਕਰਦਾ, ਜਦੋਂ ਡੈਮੇਜ ਹੋ ਜਾਂਦਾ ਤਾਂ ਉਸਨੂੰ ਸੈਰੇਬਲ ਪੈਲਸੀ ਕਹਿ ਦਿੰਦੇ ਨੇ। ਨੈਕਸਟ ਹੈ ਡਵਾਰਫਿਜ਼ਮ, ਜਿਹੜੇ ਬੌਣੇ ਲੋਕ ਹੁੰਦੇ ਨੇ। ਮਸਕੂਲਰ ਡਾਇਸਟ੍ਰੋਪੀ, ਇਸ ਦੇ ਵਿੱਚ ਕੀ ਹੈ? ਜਿਹੜੇ ਜੈਨੇਟਿਕ ਡਿਸਆਰਡਰ, ਠੀਕ ਹੈ, ਮਸਲਸ ਦਾ ਜਿਹੜਾ ਕੰਮ ਕਰਨ ਦੀ ਸ਼ਕਤੀ ਹੈ ਉਹ ਘੱਟ ਜਾਂਦੀ ਹੈ। ਨੈਕਸਟ ਹੈ ਐਸਿਡ ਅਟੈਕ ਵਿਕਟਮਸ, ਹਾਰਡ ਟੂ ਹੀਅਰਿੰਗ, ਠੀਕ ਹੈ, ਹੀਅਰਿੰਗ ਇੰਪੇਅਰਮੈਂਟਸ ਆ ਜਾਂਦੇ ਨੇ। ਸਪੀਚ ਐਂਡ ਲੈਂਗੁਏਜ ਡਿਸੇਬਿਲਿਟੀਜ਼, ਸਪੈਸੀਫਿਕ ਲਰਨਿੰਗ ਡਿਸੇਬਿਲਿਟੀਜ਼, ਔਟਿਸਟਿਕ ਸਪੈਕਟਰਮ ਡਿਸਆਰਡਰ, ਔਟਿਸਟਿਕ ਮੀਨਸ ਮੰਦਬੁੱਧੀ ਬੱਚੇ, ਠੀਕ ਹੈ। ਕ੍ਰੋਨਿਕਲ ਨਿਊਰੋਲੋਜੀਕਲ ਡਿਸਆਰਡਰ, ਇਸ ਦੇ ਵਿੱਚ ਕੀ ਹੈ? ਜਿਹੜੀ ਬਹੁਤ ਪੁਰਾਣੀ ਦਿਮਾਗੀ ਬਿਮਾਰੀ ਹੋਣਾ, ਠੀਕ ਹੈ। ਸੱਚ ਐਜ਼ ਮਲਟੀਪਲ ਸਕੈਲੋਸਿਸ ਐਂਡ पार्किंसंस डिजीज़। ब्लड डिसऑर्डर्स जैसे कि सच एज हेमोफिलिया, ठीक है, थैलोसीमिया एंड सिकल सैल अनीमिया एंड मल्टीपल डिसएबिलिटीज़ ਜਿਹੜੀਆਂ ਨੇ ਇਹਦੇ ਵਿੱਚ ਆ ਜਾਂਦੀਆਂ ਨੇ। द nomenclature mental retardation is replaced by intellectual disability. The act provide an elaborate definition of mental illness। ਜਿਹੜਾ ਇਹ ਐਕਟ ਹੈ ਇਹ ਮੈਂਟਲ ਇਲਨੈਸ ਦੀ ਇੱਕ ਪ੍ਰੋਪਰ ਡੈਫੀਨੇਸ਼ਨ ਜਿਹੜੀ ਹੈ ਉਹ ਦਿੰਦਾ ਹੈ। ਪਰਸਨ ਵਿਦ benchmark disabilities are defined as those with at least 40% of any of the above disability। ਪਿੱਛੇ ਜਿਵੇਂ ਅਸੀਂ ਗੱਲ ਕਰ ਚੁੱਕੇ ਹਾਂ, ਜਿਹੜਾ ਪਰਸਨ 40% ਤੋਂ ਵੱਧ ਵਾਲਾ ਜਿਹੜਾ ਹੈ
ਜਿਸ ਦੀ ਡਿਸੇਬਿਲਿਟੀ ਹੈ ਉਸ ਨੂੰ ਹੀ ਇਸ ਕੈਟੇਗਰੀ ਦੇ ਵਿੱਚ ਜਿਹੜਾ ਹੈ ਰੱਖਿਆ ਜਾਂਦਾ ਹੈ। 40% ਤੋਂ ਘੱਟ ਵਾਲੇ ਜਿਹੜੇ ਨੇ ਇਸ ਕੈਟੇਗਰੀ ਦੇ ਵਿੱਚ ਨਹੀਂ ਆਉਂਦੇ। ਨੈਕਸਟ ਹੈ RPWD Act 2016 provides that the appropriate government shall ensure that the PVD enjoy the right of equality। ਇਸ ਦੇ ਵਿੱਚ ਕੀ ਹੈ ਕਿ ਗਵਰਨਮੈਂਟ ਨੇ ਇਹ ਇੰਸ਼ੋਰ ਕਰਨਾ ਹੈ ਕਿ ਜਿਹੜੇ PWD ਬੱਚੇ ਨੇ ਉਹ ਆਪਦੀ ਇਕੁਐਲਿਟੀ ਰਾਈਟ ਟੂ ਇਕੁਐਲਿਟੀ ਜਿਹੜਾ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਲਾਈਫ ਵਿਦ ਡਿਗਨਿਟੀ, ਸ਼ਾਨ ਨਾਲ ਆਪਣੀ ਜਿਹੜੀ ਜ਼ਿੰਦਗੀ ਹੈ ਜਿਉ ਸਕਣ। ਐਂਡ ਰਿਸਪੈਕਟ ਫॉर ਹਿਜ਼ ਔਰ ਹਰ ਓਨ ਇੰਟੈਗ੍ਰਿਟੀ ਇਕੁਐਲਿਟੀ ਵਿਦ ਅਦਰਸ। ਠੀਕ ਹੈ, ਉਹਨਾਂ ਦੀ ਪ੍ਰੋਪਰ ਰਿਸਪੈਕਟ ਹੋਵੇ, ਠੀਕ ਹੈ, ਬਾਕੀਆਂ ਦੀ ਤਰ੍ਹਾਂ। ਦ ਬਿੱਲ ਪ੍ਰੋਵਾਈਡਸ ਫॉर ਦ ਐਕਸੈਸ ਟੂ ਇਨਕਲੂਸਿਵ ਐਜੂਕੇਸ਼ਨ। ਇਸ ਦੇ ਵਿੱਚ ਜਿਹੜਾ ਮੇਨ ਹੈ ਇਨਕਲੂਸਿਵ ਐਜੂਕੇਸ਼ਨ ਨੂੰ ਜਿਹੜਾ ਬੜਾਵਾ ਦਿੱਤਾ ਗਿਆ ਹੈ। ਠੀਕ ਹੈ, ਵੋਕੇਸ਼ਨਲ ਟ੍ਰੇਨਿੰਗਸ ਦਾ ਪ੍ਰੋਗਰਾਮ ਬਣਾਇਆ ਗਿਆ। ਸੈਲਫ ਇੰਪਲੋਇਮੈਂਟ ਐਂਡ ਡਿਸੇਬਲਡ ਪਰਸਨ ਵਿਦਾਊਟ ਡਿਸਕ੍ਰਿਮੀਨੇਸ਼ਨ ਐਂਡ ਬਿਲਡਿੰਗਸ campuses and various facilities are to be made accessible to the PWD and their special needs are to be addressed। ਤਾਂ ਉਹਨਾਂ ਲਈ ਜਿਹੜੀਆਂ various facilities campuses ਵਗੈਰਾ ਠੀਕ ਹੈ ਪ੍ਰੋਵਾਈਡ ਕਰਨੇ ਚਾਹੀਦੇ ਨੇ। ਕਿਸੇ ਵੀ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ। ਨੈਸੈਸਰੀ ਸਕੀਮਸ ਐਂਡ ਪ੍ਰੋਗਰਾਮਸ ਟੂ ਸੇਫਗਾਰਡ ਐਂਡ ਪ੍ਰਮੋਟ ਦਾ PWD ਫॉर ਲਿਵਿੰਗ ਇਨ ਦਾ ਕਮਿਊਨਿਟੀ ਆਰ ਟੂ ਬੀ ਲੌਂਚਡ ਬਾਈ ਦਾ ਗੌਰਮੈਂਟ ਦੁਆਰਾ ਅਲੱਗ-ਅਲੱਗ ਸਕੀਮਸ ਪ੍ਰੋਗਰਾਮਸ ਬਣਾਏ ਜਾਣੇ ਚਾਹੀਦੇ ਨੇ ਇਹਨਾਂ ਨੂੰ ਹੋਰ ਅੱਗੇ ਵਧਾਉਣ ਲਈ। ਆਲ ਗੌਰਮੈਂਟ ਇੰਸਟੀਟਿਊਸ਼ਨ ਆਫ ਹਾਇਰ ਐਜੂਕੇਸ਼ਨ, ਜਿਹੜੇ ਹਾਇਰ ਐਜੂਕੇਸ਼ਨ ਵਾਲੇ ਗੌਰਮੈਂਟ ਇੰਸਟੀਟਿਊਸ਼ਨਸ ਨੇ ਐਂਡ ਦੋਜ਼ ਗੈਟਿੰਗ ਏਡ ਫਰੋਮ ਦਾ ਗੌਰਮੈਂਟ ਆਰ ਰਿਕੁਆਇਰਡ, ਔਰ ਜਿਹੜੇ ਗੌਰਮੈਂਟ ਦੇ 'ਤੇ ਨਿਰਭਰ ਨੇ ਕਿਸੇ ਨਾ ਕਿਸੇ ਤਰ੍ਹਾਂ, ਉਹਨਾਂ ਸੈਂਟਰਸ ਦੇ ਵਿੱਚ 5% ਸੀਟਸ ਫॉर ਪਰਸਨ ਵਿਦ ਬੈਂਚਮਾਰਕ ਡਿਸੇਬਿਲਿਟੀਜ਼। ਤਾਂ ਉਹਨਾਂ ਦੇ ਲਈ 5% ਜਿਹੜੀਆਂ ਸੀਟਸ ਨੇ ਰਿਜ਼ਰਵਡ ਹੋਣੀਆਂ ਚਾਹੀਦੀਆਂ ਨੇ। 4% ਰਿਜ਼ਰਵੇਸ਼ਨ ਫॉर ਪਰਸਨ ਵਿਦ ਬੈਂਚਮਾਰਕ ਡਿਸੇਬਿਲਿਟੀਜ਼ ਇਜ਼ ਟੂ ਬੀ ਪ੍ਰੋਵਾਈਡਡ ਇਨ ਪੋਸਟਰਸ ਆਫ ਆਲ ਗੌਰਮੈਂਟ ਐਸਟੈਬਲਿਸ਼ਮੈਂਟਸ ਵਿਦ ਡਿਫਰੈਂਸ਼ੀਅਲ ਕੋਡਸ ਫॉर ਡਿਫਰੈਂਟ ਫਾਰਮਸ ਆਫ ਡਿਸੇਬਿਲਿਟੀਜ਼। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਜਿਹੜੀ ਮੇਰੀ ਵੀਡੀਓ ਹੈ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਐਂਡ ਕਮੈਂਟ ਕਰਨਾ ਜ਼ਰੂਰ ਨਾ ਭੁੱਲਿਓ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਠੀਕ ਹੈ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮੱਚ।